हाँ जी दोस्तों, ਤੁਹਾਡੇ ਆਪਣੇ YouTube ਚੈਨਲ ਲੌਜੀਕਲ ਮੋਟੀਵੇਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਣਾ ਵਿਸ਼ਾ ਹੈ ਹਿਊਮਨ ਰਾਈਟਸ, ਮਨੁੱਖੀ ਅਧਿਕਾਰ। ਮਨੁੱਖੀ ਅਧਿਕਾਰਾਂ ਦਾ ਕੀ ਅਰਥ ਹੈ ਅਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਹੋਈ ਸੀ ਉਹਦੇ ਵਿੱਚ ਕਿੰਨੇ ਆਰਟੀਕਲ ਸੀ ਅਤੇ ਕੀ ਸੀ। ਸੋ ਦੋਸਤੋ, ਇਸ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਬੜੀ ਲੋੜ ਹੈ ਕਿ ਮਨੁੱਖੀ ਅਧਿਕਾਰ ਅਸਲ ਦੇ ਵਿੱਚ ਕੀ ਹੁੰਦੇ ਨੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਵਿਅਕਤੀ ਜਿਹੜਾ ਹੈ ਜਾਨਵਰ ਤੋਂ ਹੌਲੀ ਹੌਲੀ ਬੰਦਿਆਂ ਵਾਲੇ ਮਨੁੱਖਾਂ ਵਾਲੇ ਰੂਪ ਦੇ ਵਿੱਚ ਆਇਆ ਤਾਂ ਜਾਗਰੂਕ ਹੋਣ ਕਰਕੇ, ਦਿਮਾਗ ਹੋਣ ਕਰਕੇ ਉਹਨੇ ਆਪਣੇ ਆਪ ਦੇ ਲਈ ਬਹੁਤ ਸਾਰੇ ਅਧਿਕਾਰ, ਸੁਤੰਤਰਤਾਵਾਂ ਦੀ ਮੰਗ ਕਰਨੀ ਸ਼ੁਰੂ ਕੀਤੀ ਔਰ ਜਾਨਵਰਾਂ ਨਾਲੋਂ ਆਪਣੇ ਆਪ ਨੂੰ ਵੱਖ ਕੀਤਾ। ਸੋ ਅਧਿਕਾਰ ਤੋਂ ਮਤਲਬ ਕੀ ਹੈ? ਸਿੰਪਲ ਅਧਿਕਾਰ ਕੀ ਹੈਗੇ ਨੇਗੇ ਕਿ ਬਈ ਇੱਕ ਮਨੁੱਖ ਦੇ ਉਹ ਦਾਅਵੇ ਜਾਂ ਉਹ ਹੱਕ ਨੇ ਜਿਹੜੇ ਸਮਾਜ ਦੇ ਵਿੱਚ ਮਾਨਤਾ ਪ੍ਰਾਪਤ ਹੋਣ ਅਤੇ ਰਾਜ ਉਹਨਾਂ ਨੂੰ ਲਾਗੂ ਕਰਦਾ ਹੋਵੇ। ਇਹ ਇੱਕ ਆਮ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਮਨੁੱਖੀ ਅਧਿਕਾਰ ਹੁੰਦੇ ਕੀ ਨੇ ਅਸਲ ਦੇ ਵਿੱਚ? ਮਨੁੱਖੀ ਅਧਿਕਾਰਾਂ ਦੇ ਵਿੱਚ ਅਸੀਂ ਲੈਂਦੇ ਹਾਂ ਕਿ ਜਦੋਂ ਮਨੁੱਖ ਆਪਣੇ ਆਪ ਨੂੰ ਕੁਦਰਤ ਦੇ ਨਾਲ ਤਾਲਮੇਲ ਕਰਦਾ ਹੈ, ਜੋ ਮਨੁੱਖ ਨੂੰ ਕੁਦਰਤ ਅਧਿਕਾਰ ਦਿੰਦੀ ਹੈ ਉਹਨਾਂ ਦੀ ਮੰਗ ਕਰਦਾ ਹੈ ਔਰ ਉਹ ਵਿਸ਼ੇਸ਼ ਹਾਲਾਤ ਜਾਂ ਵਿਸ਼ੇਸ਼ ਮਾਹੌਲ ਜਿਹਦੇ ਵਿੱਚ ਮਨੁੱਖ ਆਪਣੀ ਯੋਗਤਾਵਾਂ, ਆਪਣਾ ਵਾਧਾ, ਆਪਣੀ ਚੇਤਨਾ ਦਾ ਪ੍ਰਯੋਗ ਕਰ ਸਕਦਾ ਹੈ ਔਰ ਇਸ ਕਿਸਮ ਦੇ ਅਧਿਕਾਰ ਜਿਹੜੇ ਉਹਨੂੰ ਲੰਬੇ ਸਮੇਂ ਤੱਕ ਕੁਦਰਤੀ ਹਾਲਾਤਾਂ ਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਗੱਲ ਕਰਦੇ ਨੇ। ਸੋ ਉਸ ਤਰ੍ਹਾਂ ਦੇ ਹਾਲਾਤਾਂ ਨੂੰ ਅਸੀਂ, ਜੋ ਕੁਦਰਤ ਨੇ ਮਨੁੱਖ ਨੂੰ ਦਿੱਤੇ ਨੇ ਔਰ ਜੋ ਰਾਜ ਦਿੰਦਾ ਉਹਨਾਂ ਦਾ ਜੋੜ ਹੈਗਾ ਜਿਹੜਾ, ਉਹ ਅਸੀਂ ਮਨੁੱਖੀ ਅਧਿਕਾਰਾਂ ਦੇ ਰੂਪ ਦੇ ਵਿੱਚ ਲੈਂਦੇ ਹਾਂ। 19ਵੀਂ ਸਦੀ ਵਿੱਚ ਮਨੁੱਖਤਾ ਨੇ ਅੰਤਰਰਾਸ਼ਟਰੀ ਸਮਝੌਤਿਆਂ ਦੁਆਰਾ ਦਾਸ ਪ੍ਰਥਾ ਨੂੰ ਖਤਮ ਕੀਤਾ ਔਰ ਇਸਤਰੀਆਂ ਦੇ ਵਿਕਾਸ ਦੇ ਪੱਧਰ ਨੂੰ ਉੱਚਾ ਚੁੱਕਿਆ ਔਰ 20ਵੀਂ ਸਦੀ ਦੇ ਵਿੱਚ ਇਹ ਵਿਚਾਰ ਅੱਗੇ ਆਇਆ ਕਿ ਜਿਹੜਾ ਹੈ ਅਧਿਕਾਰ ਅਤੇ ਸੁਤੰਤਰਤਾਵਾਂ ਨੇ ਮਨੁੱਖਤਾ ਦਾ ਸਾਂਝਾ ਵਿਸ਼ਾ ਹੈ ਔਰ ਪੂਰੀ ਦੁਨੀਆ ਦੀ ਅੰਤਰਰਾਸ਼ਟਰੀ ਭਾਈਚਾਰੇ ਦੀ ਇਹ ਜ਼ਿੰਮੇਵਾਰੀ ਹੈ ਕਿ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਚੇਤਨਾ ਵਿਕਸਿਤ ਹੋਵੇ ਅਤੇ ਮਨੁੱਖੀ ਅਧਿਕਾਰਾਂ ਦਾ ਵਿਕਾਸ ਹੋਵੇ। ਸੋ ਇਸ ਦਿਸ਼ਾ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜੋ ਸਾਡੀ ਯੂਨਾਈਟਿਡ ਨੇਸ਼ਨ ਹੈ ਉਹਨੇ ਕਦਮ ਚੁੱਕਿਆ ਔਰ 1948 ਨੂੰ 10 ਦਸੰਬਰ 1948 ਨੂੰ ਉਹਨੇ ਇੱਕ ਘੋਸ਼ਣਾ ਜਾਰੀ ਕੀਤੀ ਜਿਹਨੂੰ ਅਸੀਂ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਕਹਿੰਦੇ ਹਾਂ, ਜਿਹੜੀ ਹੈ ਮਨੁੱਖੀ ਅਧਿਕਾਰ ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਵੀ ਬੋਲਦੇ ਹਾਂ ਅਸੀਂ। ਇਸ ਨੂੰ 1948 ਦੇ ਵਿੱਚ ਅਪਣਾ ਲਿਆ ਗਿਆ। ਇਸ ਘੋਸ਼ਣਾ ਦੇ ਵਿੱਚ ਇੱਕ ਪ੍ਰਸਤਾਵਨਾ ਸਮੇਤ 30 ਆਰਟੀਕਲ ਸੀਗੇ। ਇਸ ਘੋਸ਼ਣਾ ਨੂੰ ਜਿਹੜਾ ਹੈ ਇਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਸਭ ਤੋਂ ਪਹਿਲੀ ਗੱਲ ਹੈਗੀ ਆ ਜਿਹੜੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਹੈਗੀ ਆ, ਉਹਦੀ ਪ੍ਰਸਤਾਵਨਾ ਕਿਸ ਤਰ੍ਹਾਂ ਦੀ ਆ। ਉਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਸੰਯੁਕਤ ਰਾਸ਼ਟਰ ਦੇ ਲੋਕਾਂ ਨੇ ਇਸ ਚਾਰਟਰ ਵਿੱਚ ਮੌਲਿਕ ਮਨੁੱਖੀ ਅਧਿਕਾਰਾਂ ਔਰ ਮਨੁੱਖ ਦੇ ਸਨਮਾਨ, ਮੁੱਲਾਂ ਅਤੇ ਇਸਤਰੀਆਂ ਅਤੇ ਪੁਰਸ਼ਾਂ ਦੇ ਵਿੱਚ ਸਮਾਜਿਕ ਇਸਤਰੀਆਂ ਅਤੇ ਪੁਰਸ਼ਾਂ ਦੇ ਸਮਾਨ ਅਧਿਕਾਰਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਇਹ ਪ੍ਰਤਿੱਗਿਆ ਲਈ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਨਾਲ ਪੂਰਨ ਸਹਿਯੋਗ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਇੱਕ ਯੂਨੀਵਰਸਲ ਸਨਮਾਨ ਵਧਾਉਣ ਦੇ ਲਈ ਕਾਰਜ ਕੀਤਾ ਜਾਊਗਾ। ਇਹਨਾਂ ਦੀ ਪ੍ਰਾਪਤੀ ਦੇ ਲਈ ਇਹ ਜ਼ਰੂਰੀ ਹੈ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਇੱਕ ਸਾਂਝੀ ਜਿਹੜੀ ਸਮਝ ਹੈ ਉਹ ਕਾਇਮ ਕੀਤੀ ਜਾਵੇ। ਸੋ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕੀਤੀ ਗਈ ਜਿਹਦੇ ਵਿੱਚ 30 ਆਰਟੀਕਲ ਸੀ। ਸੋ ਆਪਾਂ 30 ਦੇ 30 ਆਰਟੀਕਲ, ਕਿਉਂਕਿ ਇਸ ਵਿਸ਼ੇ ਦੇ ਉੱਤੇ ਕਿਤਾਬਾਂ ਦੇ ਵਿੱਚ ਬਹੁਤ ਘੱਟ ਮੈਟਰ ਹੈ, ਤਾਂ 30 ਦੇ 30 ਆਰਟੀਕਲ ਮੈਂ ਤੁਹਾਨੂੰ ਸਾਰੇ ਬੋਲ ਕੇ ਲਿਖਾਊਂਗਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਤਾਂ ਇਹ ਹੌਲੀ ਹੌਲੀ ਮੈਂ ਬੋਲ ਕੇ ਤੁਹਾਨੂੰ ਦੱਸਾਂਗਾ ਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਸਰਵ ਵਿਆਪੀ ਘੋਸ਼ਣਾ 10 ਦਸੰਬਰ 1948 ਨੂੰ ਕੀਤੀ ਗਈ ਸੀ ਉਹਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਸੀ। ਇੱਕ ਤੋਂ ਸ਼ੁਰੂ ਕਰਦੇ ਹਾਂ। ਆਰਟੀਕਲ 1 ਦੇ ਵਿੱਚ ਸੀ ਸਾਰੇ ਮਨੁੱਖ ਅਧਿਕਾਰਾਂ ਅਤੇ ਸਨਮਾਨ ਦੇ ਰੂਪ ਦੇ ਵਿੱਚ ਸੁਤੰਤਰ ਅਤੇ ਬਰਾਬਰ ਪੈਦਾ ਹੁੰਦੇ ਨੇ। ਉਹਨਾਂ ਨੂੰ ਚੇਤਨਾ ਅਤੇ ਬੁੱਧੀ ਹੁੰਦੀ ਹੈ। ਇੱਕ ਦੂਸਰੇ ਨਾਲ ਭਾਈਚਾਰੇ ਦੀ ਭਾਵਨਾ ਨਾਲ ਕਾਰਜ ਕਰਨਾ ਚਾਹੀਦਾ। ਅਨੁਛੇਦ 2 ਦੇ ਵਿੱਚ ਲਿਖਿਆ ਹੈ ਕਿ ਇਸ ਘੋਸ਼ਣਾ ਵਿੱਚ ਸ਼ਾਮਲ ਸਾਰੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਰੰਗ, ਨਸਲ, ਲਿੰਗ, ਭਾਸ਼ਾ, ਧਰਮ, ਰਾਜਨੀਤਿਕ ਜਾਂ ਹੋਰ ਵਿਚਾਰ ਕਿਸੇ ਵੀ ਤਰੀਕੇ ਦਾ ਕੋਈ ਭੇਦਭਾਵ ਇਸ ਮਸਲੇ 'ਤੇ ਨਹੀਂ ਕੀਤਾ ਜਾਊਗਾ। ਅਨੁਛੇਦ 3 ਦੇ ਵਿੱਚ ਹੈ ਹਰੇਕ ਵਿਅਕਤੀ ਨੂੰ ਜੀਵਨ, ਸੁਤੰਤਰਤਾ ਅਤੇ ਆਪਣੇ ਵਿਅਕਤੀਤਵ ਦਾ ਅਧਿਕਾਰ ਹੈ। ਅਨੁਛੇਦ 4 ਦੇ ਵਿੱਚ ਹੈ ਕਿ ਕਿਸੇ ਨੂੰ ਵੀ ਗੁਲਾਮੀ ਜਾਂ ਬੰਧਨ ਵਿੱਚ ਨਹੀਂ ਰੱਖਿਆ ਜਾਵੇਗਾ। ਸਾਰੇ ਸਰੂਪਾਂ ਵਿੱਚ ਗੁਲਾਮੀ ਜਾਂ ਗੁਲਾਮ ਦੇ ਵਪਾਰ ਦੀ ਮਨਾਹੀ ਕੀਤੀ ਗਈ ਹੈ।
ਅਨੁਛੇਦ 5 ਦੇ ਵਿੱਚ ਹੈ ਕਿਸੇ ਨੂੰ ਵੀ ਕਸ਼ਟ ਜਾਂ ਘੋਰ ਮਾਨਵਤਾ ਵਿਰੋਧੀ ਨੀਵਾਂ ਦਿਖਾਉਣ ਵਾਲਾ ਵਿਵਹਾਰ ਜਾਂ ਤਕਲੀਫ ਨਹੀਂ ਦਿੱਤੀ ਜਾਊਗੀ। ਅਨੁਛੇਦ 6 ਕਹਿੰਦਾ ਹੈਗਾ ਕਿ ਹਰੇਕ ਨੂੰ ਕਾਨੂੰਨ ਦੇ ਸਾਹਮਣੇ ਅਤੇ ਸਾਰੀਆਂ ਥਾਵਾਂ ਤੇ ਇੱਕ ਮਨੁੱਖ ਦੇ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਹੋਏਗੀ। ਅਨੁਛੇਦ 7 ਦੇ ਅਨੁਸਾਰ ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ ਅਤੇ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨ ਦੇ ਸਾਹਮਣੇ ਇੱਕ ਬਰਾਬਰ ਸੁਰੱਖਿਆ ਪ੍ਰਾਪਤ ਹੋਏਗੀ। ਸਾਰਿਆਂ ਨੂੰ ਕਿਸੇ ਵੀ ਪ੍ਰਕਾਰ ਦੇ ਸ਼ੋਸ਼ਣ ਦੇ ਵਿਰੁੱਧ ਸੁਰੱਖਿਆ ਪ੍ਰਾਪਤ ਹੋਏਗੀ। ਸੰਵਿਧਾਨ ਜਾਂ ਕਾਨੂੰਨ ਦੇ ਅਧੀਨ ਪ੍ਰਾਪਤ ਮੌਲਿਕ ਅਧਿਕਾਰਾਂ ਦੇ ਸੰਬੰਧ ਵਿੱਚ ਹਰੇਕ ਨੂੰ ਯੋਗ ਅਦਾਲਤਾਂ ਦੀ ਸ਼ਰਨ ਲੈਣ ਦੀ ਸੁਰੱਖਿਆ ਪ੍ਰਾਪਤ ਹੋਏਗੀ। ਆਪਣੇ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਉਹ ਨਿਆਂ ਪ੍ਰਾਪਤ ਕਰਨ ਦੇ ਅਧਿਕਾਰੀ ਹੋਣਗੇ। ਕਿਸੇ ਨੂੰ ਵੀ ਨਿਰੰਕੁਸ਼ ਰੂਪ ਦੇ ਵਿੱਚ ਕੈਦੀ ਨਹੀਂ ਬਣਾਇਆ ਜਾਵੇਗਾ, ਹਿਰਾਸਤ ਵਿੱਚ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕੇਗਾ। ਔਰ ਹਰੇਕ ਵਿਅਕਤੀ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਨਿਰਧਾਰਨ ਅਤੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਦੇ ਮਾਮਲੇ ਵਿੱਚ ਇੱਕ ਨਿਰਪੱਖ ਅਤੇ ਸੁਤੰਤਰ ਅਦਾਲਤ ਦੇ ਸਾਹਮਣੇ ਬਰਾਬਰ ਅਤੇ ਉਚਿਤ ਸਰਵਜਨਕ ਸੁਣਵਾਈ ਦਾ ਅਧਿਕਾਰ ਹੋਏਗਾ। ਅਨੁਛੇਦ 11 ਦੇ ਵਿੱਚ ਹੈ ਹਰੇਕ ਅਜਿਹੇ ਵਿਅਕਤੀ ਜਿਸ 'ਤੇ ਕੋਈ ਅਪਰਾਧਿਕ ਸਜ਼ਾਯੋਗ ਦੋਸ਼ ਲੱਗਾ ਹੋਵੇ ਨੂੰ ਉਦੋਂ ਤੱਕ ਨਿਰਦੋਸ਼ ਸਮਝਿਆ ਜਾਏਗਾ ਜਦੋਂ ਤੱਕ ਉਹਦੇ 'ਤੇ ਉਹ ਮੁਕੱਦਮਾ ਸਾਬਤ ਨਹੀਂ ਹੋ ਜਾਂਦਾ ਔਰ ਉਸ ਸਮੇਂ ਤੱਕ ਉਹਨੂੰ ਆਪਣੇ ਬਚਾਅ ਦੀ ਪੂਰੀ ਛੁੱਟ ਦਿੱਤੀ ਜਾਂਦੀ ਹੈ। ਅਨੁਛੇਦ 12 ਦੇ ਵਿੱਚ ਹੈ ਕਿਸੇ ਦੇ ਨਿੱਜੀ ਜੀਵਨ, ਪਰਿਵਾਰ, ਘਰ, ਪੱਤਰ ਵਿਵਹਾਰ ਵਿੱਚ ਨਿਰੰਕੁਸ਼ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਉਸਦੇ ਸਨਮਾਨ ਅਤੇ ਆਦਰ ਦੀ ਸਥਿਤੀ ਦੇ ਵਿਰੁੱਧ ਉਗਰ ਕਾਰਵਾਈ ਕੀਤੀ ਜਾਏਗੀ। ਇਸ ਸਭ ਲਈ ਉਸ ਨੂੰ ਕਾਨੂੰਨ ਦੀ ਸੁਰੱਖਿਆ ਦਾ ਅਧਿਕਾਰ ਪ੍ਰਾਪਤ ਹੋਏਗਾ। ਅਨੁਛੇਦ 13 ਦੇ ਵਿੱਚ ਲਿਖਿਆ ਹੈ ਕਿ ਆਪਣੇ ਰਾਜ ਦੀ ਸੀਮਾ ਦੇ ਅੰਦਰ ਰਹਿਣ, ਘੁੰਮਣ ਫਿਰਨ ਦੀ ਸੁਤੰਤਰਤਾ ਦਾ ਅਧਿਕਾਰ ਹਰੇਕ ਵਿਅਕਤੀ ਨੂੰ ਹੋਵੇਗਾ। ਕਿਸੇ ਨੂੰ ਵੀ ਕਿਸੇ ਦੇਸ਼ ਆਪਣੇ ਦੇਸ਼ ਨੂੰ ਛੱਡਣ ਦਾ ਅਧਿਕਾਰ ਨਹੀਂ ਹੋਏਗਾ ਜਾਂ ਉਹਨੂੰ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਹਰੇਕ ਨੂੰ ਆਪਣੀ ਜਾਨ ਬਚਾਉਣ ਲਈ ਦੂਜੇ ਦੇਸ਼ ਵਿੱਚ ਸ਼ਰਨ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ, ਪਰ ਇਹ ਸ਼ਰਨ ਉਹਨਾਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਰ ਰਾਜਨੀਤਿਕ ਅਪਰਾਧੀ ਘੋਸ਼ਿਤ ਕੀਤਾ ਹੋਵੇ। ਅਨੁਛੇਦ 15 ਦੇ ਵਿੱਚ ਹੈ ਹਰੇਕ ਨੂੰ ਇੱਕ ਰਾਸ਼ਟਰੀਅਤਾ ਪ੍ਰਾਪਤੀ ਦਾ ਅਧਿਕਾਰ ਹੈ। ਨਾ ਹੀ ਕਿਸੇ ਨੂੰ ਉਸ ਦੀ ਰਾਸ਼ਟਰੀਅਤਾ ਤੋਂ ਵਾਂਝਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਹਦੀ ਰਾਸ਼ਟਰੀਅਤਾ ਨੂੰ ਬਦਲਣ ਲਈ ਮਜਬੂਰ ਕੀਤਾ ਜਾ ਸਕਦਾ। ਅਨੁਛੇਦ 16 ਦੇ ਵਿੱਚ ਲਿਖਿਆ ਕਿ ਨਿਸ਼ਚਿਤ ਉਮਰ ਦੀਆਂ ਔਰਤਾਂ ਨੂੰ ਅਤੇ ਪੁਰਸ਼ਾਂ ਨੂੰ ਬਿਨਾਂ ਕਿਸੇ ਨਸਲ, ਰਾਸ਼ਟਰੀਅਤਾ ਜਾਂ ਧਰਮ ਦੀ ਸੀਮਾ ਦੇ ਵਿਆਹ ਅਤੇ ਪਰਿਵਾਰ ਬਣਾਉਣ ਦਾ ਅਧਿਕਾਰ ਪ੍ਰਾਪਤ ਹੋਏਗਾ। ਪਰਿਵਾਰ ਸਮਾਜ ਦੀ ਕੁਦਰਤੀ ਅਤੇ ਮੌਲਿਕ ਇਕਾਈ ਹੈ, ਇਸ ਨੂੰ ਰਾਜ ਤੋਂ ਸੁਰੱਖਿਆ ਪ੍ਰਾਪਤ ਹੋਏਗੀ। ਹਰੇਕ ਨੂੰ ਆਪਣੀ ਆਮਦਨ ਵਿੱਚ ਅਤੇ ਦੂਸਰਿਆਂ ਨਾਲ ਮਿਲ ਕੇ ਸੰਪਤੀ ਦਾ ਮਾਲਕ ਬਣਨ ਦਾ ਅਧਿਕਾਰ ਹੈ। ਕਿਸੇ ਨੂੰ ਵੀ ਨਿਰੰਕੁਸ਼ ਰੂਪ ਦੇ ਵਿੱਚ ਉਹਦੀ ਸੰਪਤੀ ਤੋਂ, ਉਹਦੀ ਜਾਇਦਾਦ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਹਰੇਕ ਨੂੰ ਵਿਚਾਰਾਂ, ਚੇਤਨਾ ਅਤੇ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਹੈ। ਇਸ ਵਿੱਚ ਧਰਮਾਂ ਜਾਂ ਵਿਸ਼ਵਾਸ ਪਰਿਵਰਤਨ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਅਜਿਹਾ ਕੋਈ ਵਿਅਕਤੀ ਖੁਦ ਇਕੱਲੇ ਜਾਂ ਦੂਸਰਿਆਂ ਦੇ ਨਾਲ ਮਿਲ ਕੇ ਸਰਵਜਨਕ ਜਾਂ ਨਿੱਜੀ ਰੂਪ ਦੇ ਵਿੱਚ ਵੀ ਕਰ ਸਕਦਾ। ਹਰ ਕੋਈ ਆਪਣੇ ਧਰਮ ਦਾ ਪਾਲਣ, ਪੂਜਾ ਪਾਠ ਅਤੇ ਪ੍ਰਚਾਰ ਕਰ ਸਕਦਾ। ਹਰੇਕ ਨੂੰ ਆਪਣਾ ਵਿਚਾਰ ਰੱਖਣ ਅਤੇ ਉਹਨਾਂ ਨੂੰ ਪ੍ਰਗਟ ਕਰਨ ਦਾ ਅਧਿਕਾਰ ਹੈ। ਅਜਿਹਾ ਉਹ ਬਿਨਾਂ ਕਿਸੇ ਦਖਲਅੰਦਾਜ਼ੀ ਦੇ ਕਰ ਸਕਦਾ। ਉਹ ਜਨ ਪ੍ਰਚਾਰ ਦੇ ਸਾਧਨਾਂ ਦੇ ਮਾਧਿਅਮ ਨਾਲ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦਾ ਹੈ। ਹਰੇਕ ਨੂੰ ਸ਼ਾਂਤੀਪੂਰਨ ਇਕੱਠੇ ਹੋਣ ਦਾ ਅਧਿਕਾਰ ਹੈ। ਕਿਸੇ ਨੂੰ ਵੀ ਕਿਸੇ ਸੰਸਥਾ ਦਾ ਮੈਂਬਰ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਨੁਛੇਦ 21 ਲਿਖਦਾ ਹੈ ਹਰੇਕ ਨੂੰ ਆਪਣੇ ਦੇਸ਼ ਦੀ ਸਰਕਾਰ ਵਿੱਚ ਪ੍ਰਤੱਖ ਰੂਪ ਵਿੱਚ ਜਾਂ ਫਿਰ ਆਪਣੇ ਦੁਆਰਾ ਸੁਤੰਤਰਤਾਪੂਰਨ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਧਿਅਮ ਨਾਲ ਭਾਗ ਲੈਣ ਦਾ ਅਧਿਕਾਰ ਹੈ। ਅਨੁਛੇਦ 22 ਦੇ ਵਿੱਚ ਹੈ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਹਰੇਕ ਨੂੰ ਸਮਾਜਿਕ ਸੁਰੱਖਿਆ ਦਾ ਅਧਿਕਾਰ ਹੈਗਾ ਗਾ ਔਰ ਜੋ ਆਪਣਾ ਜਿਹੜਾ ਹੈ ਉਹ ਆਪਣਾ ਸਨਮਾਨ, ਸੁਤੰਤਰ ਵਿਕਾਸ, ਆਰਥਿਕ, ਸਮਾਜਿਕ, ਸੱਭਿਆਚਾਰਕ ਅਧਿਕਾਰਾਂ ਦੀ ਪ੍ਰਾਪਤੀ ਔਰ ਆਪਣੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਅੰਤਰਰਾਸ਼ਟਰੀ ਸਹਿਯੋਗ ਅਤੇ ਹਰੇਕ ਰਾਜ ਦੇ ਸੰਗਠਨ ਤੇ ਵਿੱਚ ਰਹਿ ਕੇ ਉਹਨਾਂ ਦੇ ਅਨੁਸਾਰ ਕਰ ਸਕਦਾ। ਅਨੁਛੇਦ 23 ਲਿਖਦਾ ਹੈ ਕਿ ਹਰੇਕ ਨੂੰ ਕੰਮ ਦਾ ਅਧਿਕਾਰ ਹੈ। ਕਿਸੇ ਵੀ ਤਰੀਕੇ ਨਾਲ ਕੋਈ ਬੰਦਾ ਕੰਮ ਪ੍ਰਾਪਤ ਕਰ ਸਕਦਾ ਹੈ। ਬੇਰੁਜ਼ਗਾਰੀ ਦੇ ਵਿਰੁੱਧ ਉਹਨੂੰ ਸੁਰੱਖਿਆ ਵੀ ਦਿੱਤੀ ਜਾਊਗੀ ਔਰ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਬੰਦੇ ਨੂੰ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਦਿੱਤੀ ਜਾਊਗੀ। ਔਰ ਅਨੁਛੇਦ 24 ਦੇ ਵਿੱਚ ਹਰੇਕ ਨੂੰ ਆਰਾਮ ਕਰਨ ਦਾ ਅਧਿਕਾਰ ਹੈ। 24 ਘੰਟਿਆਂ ਦੇ ਵਿੱਚ ਸਿਰਫ 8 ਘੰਟੇ ਉਹ ਤੋਂ ਕੰਮ ਲਿਆ ਜਾਊਗਾ ਅਤੇ ਉਹਨੂੰ ਓਨੀ ਤਨਖਾਹ ਵੀ ਦਿੱਤੀ ਜਾਊਗੀ। ਅਨੁਛੇਦ 25 ਦੇ ਵਿੱਚ ਹੈ ਆਪਣੇ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਹਰੇਕ ਬੰਦੇ ਨੂੰ ਖੁਰਾਕ, ਕੱਪੜੇ, ਘਰ, ਦਵਾਈਆਂ, ਡਾਕਟਰੀ ਸਹਾਇਤਾ ਅਤੇ ਹੋਰ ਸਮਾਜਿਕ ਸੇਵਾਵਾਂ ਦੀ ਪ੍ਰਾਪਤੀ ਜਿਹਦੇ ਵਿੱਚ ਸ਼ਾਮਲ ਹੈ ਦਿੱਤੀ ਜਾਊਗੀ। ਜਦੋਂ ਬੇਰੁਜ਼ਗਾਰੀ ਹੈ, ਬਿਮਾਰੀ ਹੈ, ਅਪੰਗਤਾ, ਵਿਧਵਾਪਨ, ਬੁਢਾਪੇ ਇਸ ਤਰ੍ਹਾਂ ਦੀਆਂ ਜਿਹੜੀਆਂ ਹਾਲਤਾਂ ਨੇ ਉਹਦੇ ਵਿੱਚ ਹਰੇਕ ਨੂੰ ਸੁਰੱਖਿਆ ਮਿਲੇਗੀ। ਮਾਤਾਵਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਸੁਰੱਖਿਆ ਦਿੱਤੀ ਜਾਊਗੀ
ਔਰ ਇਸ ਤਰ੍ਹਾਂ ਦਾ ਸਿਸਟਮ ਸੈੱਟ ਕੀਤਾ ਜਾਊਗਾ ਕਿ ਹਰ ਇੱਕ ਬੰਦੇ ਨੂੰ ਸਮਾਜਿਕ ਸੁਰੱਖਿਆ ਮਿਲੇ। ਅਨੁਛੇਦ 26 ਦੇ ਵਿੱਚ ਲਿਖਿਆ ਕਿ ਹਰੇਕ ਨੂੰ ਸਿੱਖਿਆ ਦਾ ਅਧਿਕਾਰ ਹੈ। ਘੱਟੋ ਘੱਟ ਜਿਹੜੀ ਹੈਗੀ ਹੈ ਬੇਸਿਕ ਅਤੇ ਮੌਲਿਕ ਪੱਧਰ ਦੀ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾਊਗੀ। ਮੁੱਢਲੀ ਸਿੱਖਿਆ ਦੀ ਪ੍ਰਾਪਤੀ ਬੜੀ ਜ਼ਰੂਰੀ ਹੋਊਗੀ, ਹਰ ਇੱਕ ਬੰਦੇ ਦਾ ਹੱਕ ਹੈਗਾ ਗਾ ਇਹ। ਸੋ ਇਸ ਤਰ੍ਹਾਂ ਦਾ ਵੱਖ-ਵੱਖ ਨਸਲਾਂ ਔਰ ਵੱਖ-ਵੱਖ ਜਿਹੜੇ ਸੰਪਰਦਾਇ ਦੇ ਵਿੱਚ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਸਕੇ, ਇਸ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾਊਗੀ। ਸਮੁਦਾਇ ਦੀ ਜਿਹੜੀ ਸੱਭਿਆਚਾਰਕ ਜੀਵਨ ਕਲਾ ਅਤੇ ਵਿਗਿਆਨਕ ਉੱਨਤੀ ਦੀ ਕਿਰਿਆ ਵਿੱਚ ਸੁਤੰਤਰਤਾਪੂਰਨ ਭਾਗੀਦਾਰੀ ਦਾ ਹਰੇਕ ਨੂੰ ਅਧਿਕਾਰ ਹੋਏਗਾ। ਹਰੇਕ ਨੂੰ ਆਪਣੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਵਿਗਿਆਨਕ, ਸਾਹਿਤਕ ਜਾਂ ਕਲਾਤਮਕ ਉੱਦਮ ਦੇ ਲਾਭ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੋਏਗਾ। ਅਨੁਛੇਦ 28 ਦੇ ਵਿੱਚ ਹੈਗਾ ਗਾ, ਹਰੇਕ ਨੂੰ ਅਜਿਹੀ ਸਮਾਜਿਕ ਅਤੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ ਜਿਸ ਘੋਸ਼ਣਾ ਵਿੱਚ ਦਰਜ ਅਧਿਕਾਰਾਂ ਅਤੇ ਸੁਤੰਤਰਤਾਵਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਅਨੁਛੇਦ 29 ਦੇ ਵਿੱਚ ਹੈ, ਹਰੇਕ ਬੰਦੇ ਦੇ ਆਪਣੇ ਸਮਾਜ ਵਿੱਚ ਉਸ ਦੇ ਵਿਅਕਤੀਤਵ ਦਾ ਵਿਕਾਸ ਹੋ ਸਕਦਾ ਅਤੇ ਪ੍ਰਤੀ ਫਰਜ਼ ਵੀ ਨੇ ਤਾਂ ਕਿ ਦੂਜਿਆਂ ਦਾ ਵਿਕਾਸ ਵੀ ਹੋਵੇ। ਉਸ ਤਰ੍ਹਾਂ ਦੇ ਉੱਤੇ ਉਸ ਵਿਅਕਤੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਬੰਧਨ ਜਾਂ ਬੰਦਿਸ਼ਾਵਾਂ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ ਜੋ ਸਮਾਜ ਨੂੰ ਜਿਨ੍ਹਾਂ ਦੀ ਸਮਾਜ ਮਾਨਤਾ ਨਾ ਦਿੰਦਾ ਹੋਵੇ। ਔਰ ਇਹਨਾਂ ਸੁਤੰਤਰਤਾਵਾਂ ਅਤੇ ਅਧਿਕਾਰਾਂ ਦਾ ਪ੍ਰਯੋਗ ਕਦੇ ਵੀ ਸੰਯੁਕਤ ਰਾਸ਼ਟਰ ਸੰਘ ਦੇ ਉਦੇਸ਼ਾਂ ਦੇ ਖਿਲਾਫ ਨਹੀਂ ਕੀਤਾ ਜਾ ਸਕਦਾ। ਔਰ ਅਨੁਛੇਦ 30 ਦੇ ਵਿੱਚ ਲਿਖਿਆ ਹੈਗਾ ਕਿ ਇਸ ਘੋਸ਼ਣਾ ਦੇ ਕਿਸੇ ਭਾਗ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਕਿਸੇ ਵੀ ਰਾਜ, ਸਮੂਹ ਜਾਂ ਵਿਅਕਤੀ ਲਈ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਉਹ ਕਿਸੇ ਕਾਰਵਾਈ ਵਿੱਚ ਲੱਗ ਜਾਵੇ ਅਤੇ ਸੁਤੰਤਰਤਾਵਾਂ ਅਤੇ ਅਧਿਕਾਰਾਂ ਨੂੰ ਨਸ਼ਟ ਕਰਨ ਦੀ ਗੱਲ ਕਰੇ। ਆਪਣੇ ਤਰੀਕੇ ਦੀ ਵਿਆਖਿਆ ਇਹਨਾਂ ਅਧਿਕਾਰਾਂ ਦੀ ਨਹੀਂ ਕੀਤੀ ਜਾ ਸਕਦੀ। ਸੋ ਦੋਸਤੋ, ਇਹਦੇ ਵਿੱਚ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਜਿਹੜਾ ਹੈ ਸੰਯੁਕਤ ਰਾਸ਼ਟਰ ਹੈ, UNO ਹੈ, ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਮਨੁੱਖੀ ਅਧਿਕਾਰਾਂ ਨੂੰ ਸਥਾਪਿਤ ਕਰਨ ਦੀਆਂ, ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਲਾਈ। ਔਰ ਜਿੱਥੇ ਜਿੱਥੇ ਵੀ ਪੂਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਉੱਥੇ ਸੰਯੁਕਤ ਰਾਸ਼ਟਰ ਨੇ ਦਖਲਅੰਦਾਜ਼ੀ ਕਰਕੇ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਜਿਹੜੀ ਕਦਰ ਕੀਤੀ ਜਾ ਸਕੇ, ਸਨਮਾਨ ਕੀਤਾ ਜਾ ਸਕੇ। ਤੋ ਇਹਦੇ ਸੰਬੰਧ ਵਿੱਚ ਹੀ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਇੱਕ ਸੰਮਤੀ ਕੰਮ ਕਰਦੀ ਸੀ, ਪਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਮਨੁੱਖੀ ਅਧਿਕਾਰਾਂ ਦੀ ਇੱਕ ਪ੍ਰੀਸ਼ਦ ਬਣਾ ਦਿੱਤੀ ਗਈ 3 ਅਪ੍ਰੈਲ 2006 ਨੂੰ, ਜਿਹਦੇ ਵਿੱਚ ਇੱਕ ਪੂਰੇ ਦਾ ਪੂਰਾ UNO ਦਾ ਅੰਗ ਇੱਕ ਮਨੁੱਖੀ ਅਧਿਕਾਰਾਂ ਦੇ ਉੱਤੇ ਬਣ ਗਿਆ। ਔਰ ਇਸ ਜਿਹੜੀ ਪ੍ਰੀਸ਼ਦ ਬਣਾਈ ਗਈ ਮਨੁੱਖੀ ਅਧਿਕਾਰਾਂ ਦੀ ਪ੍ਰੀਸ਼ਦ ਜਿਹੜੀ 2006 ਦੇ ਵਿੱਚ ਬਣਾਈ, ਉਹਨੇ ਕਿਹਾ ਕਿ ਜਿਹੜੇ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਸੰਬੰਧੀ ਜਿਹੜੀ ਟੀਮ ਕੰਮ ਕਰਦੀ ਸੀ ਉਹਦਾ ਵੀ ਯੋਗਦਾਨ ਘੱਟ ਨਹੀਂ ਹੈ, ਪਰ ਕਾਫੀ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ 'ਤੇ ਕੰਮ ਕਰਨ ਦੀ ਲੋੜ ਸੀ। ਇਸੇ ਕਰਕੇ ਇਹ ਪ੍ਰੀਸ਼ਦ ਦਾ ਨਿਰਮਾਣ ਕੀਤਾ ਗਿਆ ਸੀਗਾ। ਸੋ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੁੱਖ ਦਫ਼ਤਰ ਹੈ ਜਿਹੜਾ ਉਹ ਜਨੇਵਾ ਦੇ ਵਿੱਚ ਹੈ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈਗਾ ਗਾ। ਸੋ ਦੋਸਤੋ, ਇਹ ਜੋ ਮਨੁੱਖੀ ਅਧਿਕਾਰਾਂ ਦਾ ਵਿਸ਼ਾ ਹੈ ਬੜਾ ਹਰਮਨ ਪਿਆਰਾ ਵਿਸ਼ਾ ਹੈ। ਔਰ ਇੱਕ ਗੱਲ ਤਾਂ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਇੱਕ ਤਾਂ ਅਧਿਕਾਰ ਹੁੰਦੇ ਨੇ ਜਿਹਨੂੰ ਅਸੀਂ ਆਮ ਅਧਿਕਾਰ ਕਹਿੰਦੇ ਹਾਂ। ਆਮ ਅਧਿਕਾਰ ਉਹ ਹੁੰਦੇ ਨੇ ਜਿਹੜੇ ਕਿ ਮਨੁੱਖ ਦੇ ਵਿਕਾਸ ਲਈ ਚਾਹੀਦੇ ਨੇ ਔਰ ਰਾਜ ਉਹਨਾਂ ਨੂੰ ਮਾਨਤਾ ਦਿੰਦਾ। ਇਹਨਾਂ ਨੂੰ ਅਸੀਂ ਅਧਿਕਾਰਾਂ ਦੇ ਵਿੱਚ ਲੈਂਦੇ ਹਾਂ, ਉਹ ਕਿਸੇ ਵੀ ਦੇਸ਼ ਦੇ ਵਿੱਚ ਹੋ ਸਕਦੇ ਨੇ। ਜਿਹੜੇ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਮਨੁੱਖੀ ਅਧਿਕਾਰਾਂ ਦੇ ਵਿੱਚ ਮਨੁੱਖ ਦੇ ਵਿਕਾਸ ਵਾਲੇ ਅਧਿਕਾਰ ਵੀ ਨੇ ਅਤੇ ਜਿਹੜੇ ਕੁਦਰਤ ਨੇ ਮਨੁੱਖ ਨੂੰ ਅਧਿਕਾਰ ਦਿੱਤੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਮਨੁੱਖੀ ਅਧਿਕਾਰਾਂ ਦਾ ਵਿਸ਼ਾ ਅੱਜ ਕੱਲ੍ਹ ਜਿਹੜੀ ਹੈ ਰਾਜਨੀਤੀ ਦੇ ਵਿੱਚ ਬੜਾ ਹਰਮਨ ਪਿਆਰਾ ਹੋ ਰਿਹਾ। ਮਨੁੱਖੀ ਅਧਿਕਾਰਾਂ 'ਤੇ ਬਹੁਤ ਸਾਰੇ ਕੰਮ, ਬਹੁਤ ਸਾਰੀ ਸਟੱਡੀਜ਼ ਚੱਲ ਰਹੀਆਂ ਨੇ ਔਰ ਮਨੁੱਖੀ ਅਧਿਕਾਰਾਂ ਨੂੰ ਲਾਗੂ ਕਰਵਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ। ਸੋ ਦੋਸਤੋ, ਤੁਹਾਨੂੰ ਇਹ ਸਾਡਾ ਮਨੁੱਖੀ ਅਧਿਕਾਰਾਂ ਵਾਲਾ ਜਿਹੜਾ ਟੌਪਿਕ ਕਿਸ ਤਰ੍ਹਾਂ ਦਾ ਲੱਗਿਆ, ਆਪਣੀ ਰਾਏ ਮਸ਼ਵਰੇ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇਣੇ। ਔਰ ਇਸ ਕੋਵਿਡ ਮਹਾਂਮਾਰੀ ਦੇ ਸਮੇਂ ਦੇ ਵਿੱਚ ਮੈਂ ਬੇਨਤੀ ਕਰੂੰਗਾ ਵਿਦਿਆਰਥੀਆਂ ਨੂੰ ਕਿ ਆਪਣੇ ਦੂਸਰੇ ਸਾਥੀਆਂ ਨਾਲ ਵੀ ਜਿਹੜਾ ਹੈ ਇਸ ਚੈਨਲ ਨੂੰ ਸ਼ੇਅਰ ਕੀਤਾ ਜਾਵੇ, ਸਬਸਕ੍ਰਾਈਬ ਕੀਤਾ ਜਾਵੇ ਤਾਂ ਜੋ ਇਸ ਸਮੇਂ ਦੇ ਵਿੱਚ ਲੋਕ ਵੱਧ ਤੋਂ ਵੱਧ ਇਹਦਾ ਫਾਇਦਾ ਉਠਾ ਸਕਣ। ਬਹੁਤ ਬਹੁਤ ਸ਼ੁਕਰੀਆ ਜੀ।